ਵੀ ਸਾਧਨਾ ਹੈ ਧਰਮ ਦੀ। ਇਸ ਦਾ ਸੁਰਤ ਦੇ ਨਾਲ ਸ਼ਬਦ ਦਾ ਮਿਲਾਪ ਹੋ ਜਾਣਾ ਹੈ। ਇਵੇਂ ਕਹਿ ਦਈਏ ਧੁਨ ਦੇ ਵਿੱਚ ਚਲਦਿਆਂ ਧਿਆਨ ਵਿੱਚ ਜੁੜ ਜਾਣਾ, ਇਹੀ ਧਰਮ ਦੀ ਸਾਧਨਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਹਿਸ਼ਤਰ ਸ਼ਬਦ, ਜਿੱਥੇ 5000 ਤੋਂ ਉੱਤੇ ਸ਼ਬਦ ਨੇ, ਸਾਰੇ ਸ਼ਬਦਾਂ ਦੇ ਵਿੱਚ ਮਹਾਰਾਜ ਅਕਸਰ ਇੱਕ ਹੀ ਗੱਲ ਕਹਿੰਦੇ ਨੇ, ਜਾਂ ਤੇ ਕਹਿਣਗੇ ਪ੍ਰਮਾਤਮਾ ਮੈਨੂੰ ਉਸ ਦੇ ਨਾਲ ਮਿਲਾ ਦੇ, ਮੈਨੂੰ ਉਹਨਾਂ ਦੀ ਸੰਗਤ ਦੱਸ ਜਿਹੜੇ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਮਿਲ ਚੁੱਕੇ ਨੇ, ਤੇ ਮੈਨੂੰ ਸਦੀਵੀ ਉਹਨਾਂ ਦੀ ਸੰਗਤ ਵਿੱਚ ਰੱਖ। ਜਾਂ ਬਾਰ-ਬਾਰ ਫਿਰ ਬੇਨਤੀ ਦੇ ਸ਼ਬਦ ਆਉਂਦੇ ਨੇ, ਮੇਰਾ ਅੰਦਰਲਾ ਦਿਲ ਕਰਦਾ ਹੈ ਮੈਂ ਬਾਰ-ਬਾਰ ਉਸ ਨੂੰ ਮਿਲਾਂ। ਸਾਧ ਸੰਗਤ, ਪਹਿਲਾਂ ਪਰਮਾਤਮਾ ਨੂੰ ਮਿਲਣ ਤੋਂ ਪਹਿਲਾਂ ਉਸ ਦੇ ਬਾਰੇ ਸਮਝ ਹੋਣੀ ਜ਼ਰੂਰੀ ਹੈ, ਕਿਉਂਕਿ ਜਦੋਂ ਤਾਈਂ ਉਸ ਦੇ ਬਾਰੇ ਸਮਝ ਨਹੀਂ ਤੇ ਉਸ ਨੂੰ ਮਿਲਣ ਦਾ ਤੇ ਕੋਈ ਪ੍ਰਯੋਜਨ ਹੀ ਪੈਦਾ ਨਹੀਂ ਹੋਏਗਾ। ਅਕਸਰ ਦੁਨੀਆ ਦੇ ਵਿੱਚ ਮਨੁੱਖ ਨੂੰ ਜਿਹੜੀ ਚੀਜ਼ ਦੀ ਸਮਝ ਹੈ, ਜਿਹੜੀ ਚੀਜ਼ ਦੇ ਮੁੱਲ ਦਾ ਪਤਾ ਹੈ, ਉਹਦੀ ਕੀਮਤ ਦਾ ਪਤਾ ਹੈ, ਮਨੁੱਖ ਅਕਸਰ ਉਹਨੂੰ ਸਾਂਭ ਕੇ ਰੱਖਦਾ ਹੈ, ਜੰਦਰੇ ਅੰਦਰ ਰੱਖਦਾ ਹੈ, ਸਿਕਿਉਰਿਟੀ ਦੇ ਵਿੱਚ ਰੱਖਦਾ ਹੈ। ਜਿਹੜੀ ਚੀਜ਼ ਦੀ ਕੀਮਤ ਨਹੀਂ ਪਤਾ, ਉਹ ਚੀਜ਼ਾਂ ਅਕਸਰ ਪਿੰਡਾਂ ਥਾਵਾਂ ਦੇ ਵਿੱਚ, ਘਰਾਂ ਦਿਆਂ ਵਿਹੜਿਆਂ ਵਿੱਚ ਤੁਰੀਆਂ ਫਿਰਦੀਆਂ ਨੇ। ਕਿਉਂ? ਉਹਨਾਂ ਦੀ ਕੋਈ ਮੁੱਲ ਜ਼ਿਆਦਾ ਨਹੀਂ, ਕੀਮਤ ਜ਼ਿਆਦਾ ਨਹੀਂ। ਪਰਮਾਤਮਾ ਨੂੰ ਮਿਲਣ ਤੋਂ ਪਹਿਲਾਂ ਉਹਦੇ ਲਈ ਚਾਅ ਤਾਂ ਪੈਦਾ ਹੁੰਦਾ ਹੈ ਪਹਿਲਾਂ ਕੀਮਤ ਪਤਾ ਹੋਏ। ਅਕਸਰ ਵੈਸੇ ਤੇ ਕਈ ਸਟੈਪ ਨੇ, ਅਸੀਂ ਇੱਕ ਦੇ ਉੱਤੇ ਹੀ ਵਿਚਾਰ ਕਰਾਂਗੇ, ਕੀਮਤ। ਗੁਰਬਾਣੀ ਦੇ ਵਿੱਚ ਬਾਰ-ਬਾਰ ਸਾਹਿਬ ਕਹਿੰਦੇ ਨੇ, ਭਾਵੇਂ ਕਿ ਉਹਦੀ ਕੋਈ ਕੀਮਤ ਨਹੀਂ ਹੈ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਭਾਵੇਂ ਕਿ ਉਹਦੀ ਕੋਈ ਕੀਮਤ ਨਹੀਂ ਤੇ ਉਸ ਦੀ ਕੀਮਤ ਪਾਈ ਵੀ ਨਹੀਂ ਜਾ ਸਕਦੀ, ਪਰ ਉਸ ਦੇ ਬਾਰੇ ਸਮਝਦਾ ਹੋਣਾ ਅਤ ਜ਼ਰੂਰੀ ਹੈ। ਕਿਉਂਕਿ ਜਿਸ ਚੀਜ਼ ਦੇ ਮੁੱਲ ਦਾ ਹੀ ਨਹੀਂ ਪਤਾ, ਉਹ ਭਾਵੇਂ ਜੇਬ ਦੇ ਵਿੱਚ ਹੀ ਪਈ ਹੋਏ, ਉਹ ਤੋਂ ਮਨੁੱਖ ਕੁਝ ਪ੍ਰਾਪਤੀ ਨਹੀਂ ਕਰ ਪਾਏਗਾ। ਇਵੇਂ ਸਮਝ ਲਈਏ ਜਿਵੇਂ ਇੱਕ ਮਨੁੱਖ ਦੀ ਪੋਕਟ ਦੇ ਅੰਦਰ, ਜੇਬ ਦੇ ਅੰਦਰ ਲੱਖਾਂ ਰੁਪਈਏ ਨੇ, ਔਰ ਦੁਕਾਨ ਤੇ ਜਾਂਦਾ ਹੈ, ਕਿਸੇ ਚੀਜ਼ ਦੀ ਮੰਗ ਕਰਦਾ ਹੈ, ਅੱਗੋਂ ਦੁਕਾਨਦਾਰ ਪੈਸੇ ਦੀ ਮੰਗ ਕਰਦਾ ਹੈ। ਉਹਦੀ ਜੇਬ ਦੇ ਵਿੱਚ ਪੈਸੇ ਨੇ, ਪਰ ਉਹਨੂੰ ਪੈਸਿਆਂ ਦਾ ਗਿਆਨ ਨਹੀਂ। 10 ਦੁਕਾਨਾਂ ਤੇ ਜਾਂਦਾ ਹੈ, 20 ਤੇ ਜਾਂਦਾ ਹੈ, ਭੁੱਖ ਲੱਗੀ ਹੈ, ਉਹ ਅੱਗੋਂ ਪੈਸੇ ਮੰਗਦੇ ਨੇ। ਅੰਤ ਸ਼ਾਮ ਪੈ ਜਾਂਦੀ ਹੈ, ਪੈਸਿਆਂ ਦਾ ਨਾ ਪਤਾ ਹੋਣ ਕਰਕੇ ਮਨੁੱਖ ਭੁੱਖਾ ਹੀ ਰਹਿ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਪਰਮਾਤਮਾ ਤੇਰੇ ਤੋਂ ਦੂਰ ਨਹੀਂ, ਸ਼ਾਂਤੀ ਤੇਰੇ ਤੋਂ ਦੂਰ ਨਹੀਂ, ਆਨੰਦ ਤੇਰੇ ਅੰਦਰ ਹੈ। ਉਸ ਆਨੰਦ ਨੂੰ ਪ੍ਰਾਪਤ ਕਰਨ ਲਈ ਤੈਨੂੰ ਯਤਨ ਕਰਨਾ ਪੈਣਾ ਹੈ। ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਸਭ ਕੁਝ ਮਨੁੱਖ ਦੇ ਅੰਦਰ ਹੈ, ਸ਼ਾਂਤੀ ਆਨੰਦ ਅੰਦਰ ਹੈ, ਗਿਆਨ ਮਹਾਰਸ ਮਨੁੱਖ ਦੇ ਅੰਦਰ ਹੈ, ਜਿਹਨੂੰ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਬਾਰ-ਬਾਰ ਵਿਵੇਕ ਬੁੱਧੀ ਦੀ ਮੰਗ ਕੀਤੀ ਗਈ ਹੈ ਪਰਮਾਤਮਾ ਦੇ ਅੱਗੋਂ। ਕਿਉਂ? ਕਿਉਂਕਿ ਜਦੋਂ ਤਾਈਂ ਸਮਝ ਨਹੀਂ, ਉਦੋਂ ਤਾਈਂ ਉਹਦੇ ਬਾਰੇ ਯਤਨ ਵੀ ਨਹੀਂ ਹੁੰਦੇ। ਸਭ ਤੋਂ ਪਹਿਲੀ ਗੱਲ ਸਮਝਦਾ ਹੋਣਾ ਜ਼ਰੂਰੀ ਹੈ। ਜਿਸ ਦਿਨ ਮਨੁੱਖ ਨੂੰ ਪਤਾ ਲੱਗ ਜਾਏਗਾ, ਅਸਲ ਦੇ ਵਿੱਚ ਵਿਸ਼ਵਾਸ ਆ ਜਾਏਗਾ ਅੰਦਰ, ਸੱਚਾਈ ਦੇ ਵਿੱਚ ਹੀ ਪਰਮਾਤਮਾ ਦਿਆਲੂ ਹੈ, ਕਿਰਪਾਲੂ ਹੈ। ਜਿਵੇਂ ਬਾਣੀ ਦੇ ਵਿੱਚ ਸ਼ਬਦ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਹੁਣ ਇਹ ਇੰਨੀਆਂ ਚੀਜ਼ਾਂ ਦਾ ਪਹਿਲਾਂ ਜਿਹਨੂੰ ਪਤਾ ਹੋਏਗਾ ਨਾ, ਵਿਸ਼ਵਾਸ ਆਏਗਾ,
ਉਹ ਮਨੁੱਖ ਇਸ ਸ਼ਬਦ ਨੂੰ ਆਪਣੇ ਘਰ ਲੈ ਜਾਂਦਾ, ਨਹੀਂ ਸੁਣਿਆ ਜਾਂਦਾ, ਸੁਣਾਇਆ ਜਾਂਦਾ, ਛੱਡ ਦਿੱਤਾ ਜਾਂਦਾ। ਜਿੰਨੀਆਂ ਵੀ ਮਨੁੱਖ ਦੇ ਅੰਦਰ ਇੱਛਾਵਾਂ ਨੇ, ਭਾਵੇਂ ਉਹਨਾਂ ਇੱਛਾਵਾਂ ਦੀ ਪੂਰਤੀ ਸਾਰੀਆਂ ਦੀ ਨਹੀਂ ਹੋ ਪਾਏਗੀ ਸਾਰੀ ਜ਼ਿੰਦਗੀ 'ਚ ਰਹਿੰਦੇ ਆ। ਹੁਣ ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ, ਸਾਰੇ ਸੁੱਖ ਦੇਣ ਵਾਲਾ ਪਰਮਾਤਮਾ ਹੈ। ਹੁਣ ਜੇ ਮਨੁੱਖ ਨੂੰ ਪਰਮਾਤਮਾ ਦਾ ਪਤਾ ਹੋਏਗਾ ਤੇ ਉਹ ਤੋਂ ਕੁਝ ਲੈ ਸਕਦਾ ਹੈ। ਜੇ ਉਸ ਨੂੰ ਵਿਸ਼ਵਾਸ ਆਏ ਤਾਂ ਲੈ ਸਕਦਾ ਹੈ, ਜੇ ਉਹਦੀ ਸਮਝ ਵਿੱਚ ਆਏ ਤਾਂ ਲੈ ਸਕਦਾ ਹੈ। ਬਿਨਾਂ ਸਮਝ ਤੋਂ ਮਨੁੱਖ ਨਾ ਸਮਝੀ ਕਰ ਦਿੰਦਾ ਹੈ। ਸੋ ਮੈਂ ਆਪ ਜੀ ਦੇ ਅੱਗੇ ਬੇਨਤੀ ਕਰ ਰਿਹਾ, ਪਹਿਲੀ ਗੱਲ ਕੀਮਤ ਦਾ ਪਤਾ ਹੋਣਾ ਜ਼ਰੂਰੀ ਹੈ। ਜਦੋਂ ਮਨੁੱਖ ਸਤ ਸੰਗਤ ਵਿੱਚ ਆ ਕੇ ਬੈਠਦਾ ਹੈ, ਇਸ ਤੋਂ ਘੱਟੋ ਘੱਟ ਇੱਕ ਹਿਸਾਬ ਤੇ ਲਗਾਇਆ ਜਾ ਸਕਦਾ ਹੈ, ਇਹ ਮਨੁੱਖ ਕਿਤੇ ਨਾ ਕਿਤੇ ਪਰਮਾਤਮਾ ਦੇ ਰਾਹ ਤੇ ਤੁਰਨ ਦਾ ਪਾਂਧੀ ਤੇ ਬਣ ਗਿਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਸਤ ਸੰਗਤ ਵਿੱਚ ਹੀ ਨਹੀਂ ਆਇਆ, ਇਸ ਦਾ ਮਤਲਬ ਇਹ ਹੈ ਹਜੇ ਉਹਨੂੰ ਪਰਮਾਤਮਾ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਸਤ ਸੰਗਤ ਵਿੱਚ ਸੱਚ ਵਰਤਦਾ ਹੈ, ਸੱਚ ਅਸਤ ਦੀ ਵਿਚਾਰ ਹੁੰਦੀ ਹੈ। ਹੁਣ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਕੱਲ ਆਪਾਂ ਇੱਥੋਂ ਤਾਈਂ ਸੁਖਮਨੀ ਸਾਹਿਬ ਦੀ ਕਥਾ ਦਾ ਵਿਚਾਰ ਕੀਤੀ ਸੀ। ਭਾਵੇਂ ਕੋਈ ਅਭਿਮਾਨੀ ਹੈ, ਅਗਿਆਨੀ ਹੈ, ਜਿੰਨੇ ਵੀ ਜੀਵ ਦੁਨੀਆ ਤੇ ਹਨ, ਸਾਰੇ ਦੇ ਸਾਰੇ ਉਸ ਪਰਮਾਤਮਾ ਦੇ ਹੁਕਮ ਵਿੱਚ ਨੇ। ਉਸ ਪਰਮਾਤਮਾ ਨੇ ਰਚਨਾ ਰਚੀ ਹੋਈ ਹੈ। ਕਿਸੇ ਨੂੰ ਇੱਕੋ ਦਿਨ ਵਿੱਚ ਉਹ ਸੁੱਖ ਦੇ ਰਿਹਾ ਹੈ, ਕਿਤੇ ਇੱਕੋ ਦਿਨ ਵਿੱਚ ਦੁੱਖ ਵਰਤ ਰਿਹਾ ਹੈ। ਕਿਤੇ ਇਸੇ ਪ੍ਰਿਥਵੀ ਤੇ ਇੱਕ ਥਾਂ ਤੇ ਦਿਨ ਹੋ ਰਿਹਾ ਹੈ, ਦੂਜੀ ਥਾਂ ਤੇ ਰਾਤ ਹੋ ਰਹੀ ਹੈ। ਕਿਤੇ ਇੱਕ ਥਾਵਾਂ ਤੇ ਹਾਸੇ ਨੇ, ਦੂਜੀ ਥਾਵਾਂ ਤੇ ਰੋਣੇ ਚੱਲ ਰਹੇ ਨੇ। ਇੱਕ ਥਾਂ ਤੇ ਮਨੁੱਖ ਠੀਕ ਹੋ ਕੇ ਹਸਪਤਾਲ ਚੋਂ ਬਾਹਰ ਆ ਰਿਹਾ ਹੈ, ਦੂਜਾ ਹਸਪਤਾਲ ਦੇ ਅੰਦਰ ਜਾ ਰਿਹਾ ਹੈ। ਇਹ ਸਾਰੀ ਵਿਉਂਤਬੰਦੀ, ਸਾਰੀ ਰਚਨਾ ਪਰਮਾਤਮਾ ਦੇ ਦੁਆਰਾ ਰਚੀ ਹੋਈ ਹੈ। ਇਸ ਰਚਨਾ ਦੇ ਅੰਦਰ ਹੀ ਮਨੁੱਖ ਇਸ ਰਚਨਾ ਦੇ ਅੰਦਰ ਹੀ ਗਮਨ ਕਰ ਰਿਹਾ ਹੈ ਤੇ ਇਸ ਰਚਨਾ ਦੇ ਅੰਦਰ ਰਹਿ ਕੇ ਕੰਮ ਕਰ ਸਕਦਾ ਹੈ। ਤਾਂ ਹੀ ਕਰਕੇ ਬਾਰ-ਬਾਰ ਇਹ ਕਿਹਾ ਜਾਂਦਾ ਹੈ ਪਰਮਾਤਮਾ ਨੂੰ ਧਿਆਉਣਾ, ਪਰਮਾਤਮਾ ਦਾ ਨਾਮ ਲੈਣਾ, ਕਿਉਂਕਿ ਮਨੁੱਖ ਪਰਮਾਤਮਾ ਤੋਂ ਬਾਹਰ ਨਹੀਂ ਹੈ। ਮਨੁੱਖ ਦੇ ਕੋਲ ਇੰਨੀ ਸੁਤੰਤਰਤਾ ਨਹੀਂ ਇਹ ਪਰਮਾਤਮਾ ਤੋਂ ਬਾਹਰ ਹੋ ਕੇ ਕੰਮ ਕਰ ਸਕੇ। ਜੋ ਕੁਝ ਵੀ ਇਹ ਕਰਦਾ ਹੈ ਪਰਮਾਤਮਾ ਦੇ ਹੁਕਮ ਦੇ ਹੇਠਾਂ ਕਰਦਾ ਹੈ, ਉਸ ਦੀ ਅਧੀਨਗੀ ਵਿੱਚ ਕਰਦਾ ਹੈ। ਮੈਂ ਦੂਜੇ ਸ਼ਬਦਾਂ ਦੇ ਵਿੱਚ ਕਹਿ ਦਿਆਂ, ਕਰਾਉਣ ਵਾਲਾ ਹੀ ਉਹ ਹੈ। ਕਈ ਵਾਰੀ ਇਹ ਸਵਾਲ ਵੀ ਉੱਠਦਾ ਹੈ, ਦੁਨੀਆ ਦੇ ਉੱਤੇ ਕਤਲੋ ਗਾਰਤ ਹੁੰਦੀ ਹੈ, ਦੁਨੀਆ ਦੇ ਉੱਤੇ ਵੱਡੇ ਵੱਡੇ ਮੈਸਕਰਸ ਹੁੰਦੇ ਨੇ, ਰਾਇਟਸ ਹੁੰਦੇ ਨੇ, ਦੰਗੇ ਹੁੰਦੇ ਨੇ, ਫਸਾਦ ਹੁੰਦੇ ਨੇ, ਅਬਲਾ ਔਰਤਾਂ ਦੀਆਂ ਇੱਜ਼ਤ ਪੱਤ ਲੁੱਟੀ ਜਾਂਦੀ ਹੈ, ਕਿ ਇਹ ਸਾਰਾ ਕੁਝ ਪਰਮਾਤਮਾ ਦੇ ਹੁਕਮ ਵਿੱਚ ਹੈ। ਗੁਰੂ ਸਾਹਿਬ ਕਹਿੰਦੇ ਬਿਲਕੁਲ ਇਹ ਸਾਰਾ ਕੁਝ ਹੀ ਉਹਦੇ ਹੁਕਮ ਵਿੱਚ ਹੈ। ਜਦੋਂ ਬਾਬਰ ਹਿੰਦੁਸਤਾਨ ਤੇ ਹਮਲਾ ਕਰਦਾ ਹੈ, ਗੁਰੂ ਨਾਨਕ ਸਾਹਿਬ ਪਰਮਾਤਮਾ ਰੂਪ ਵਿੱਚ ਭਾਵੇਂ ਸ਼ਬਦ ਕਹਿੰਦੇ ਨੇ, ਫਿਰ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਜਿਨ ਉਪਾਈ ਰੰਗ ਰਵਾਈ, ਜਿਸ ਨੇ ਉਪਾਈ ਹੈ ਉਸ ਨੇ ਹੀ ਇਹਨੂੰ ਇਸ ਰੰਗ ਵਿੱਚ ਰਚਿਆ ਹੈ। ਇਹ ਵੀ ਕੁਦਰਤ ਦਾ ਇੱਕ ਰੰਗ ਹੈ। ਉਹਦੇ ਰੰਗ ਦੇ ਵਿੱਚ ਹੀ ਕਈ ਵਾਰੀ ਅਸੀਂ ਵੇਖਦੇ ਹਾਂ ਬੱਚੇ ਜਦੋਂ ਮਕਾਨ ਬਣਾਉਂਦੇ ਨੇ, ਪਹਿਲੇ ਆਮ ਕਰਕੇ ਪਿੰਡਾਂ ਥਾਵਾਂ ਦੇ ਵਿੱਚ ਕੱਚੇ ਵਿਹੜੇ ਹੁੰਦੇ ਸਨ, ਉਹਦੇ ਵਿੱਚ ਬੱਚੇ ਛੋਟੇ ਛੋਟੇ ਘਰ ਬਣਾਉਂਦੇ ਸਨ, ਮਿੱਟੀ ਦੇ ਜਾਂ ਰੇਤ ਦੇ। ਉਹ ਰੇਤ ਦੇ ਘਰ ਬਣਾਉਣੇ, ਜਦੋਂ ਘਰ ਬਣਾਉਂਦੇ ਸਨ ਉਦੋਂ ਵੀ ਬੜੇ ਖੁਸ਼ ਹੁੰਦੇ ਸਨ। ਜਦੋਂ ਘਰੋਂ ਆਵਾਜ਼ ਪੈਣੀ ਆਪਣੇ ਘਰ ਵਾਪਸ ਮੁੜਨਾ, ਉਦੋਂ ਵੀ ਉਹ ਘਰ ਨੂੰ ਬੜੀ ਖੁਸ਼ੀ ਦੇ ਨਾਲ ਤੋੜ ਕੇ ਚਲੇ ਜਾਣਾ। ਭਾਵ ਬਣਾਉਣਾ ਵੀ ਖੁਸ਼ੀ ਵਿੱਚ, ਟੁੱਟਣਾ ਵੀ ਖੁਸ਼ੀ ਵਿੱਚ। ਐਵੇਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸਭ ਕੰਮ ਪਰਮਾਤਮਾ ਜੋ ਕੁਝ ਵੀ ਕਰਦਾ ਹੈ, ਉਹ ਦੁਨੀਆ ਨੂੰ ਪੈਦਾ ਕਰਦਾ ਹੈ, ਇਹਦੇ ਵਿੱਚ ਵੀ ਉਹਦੀ ਖੁਸ਼ੀ ਹੈ। ਨਸ਼ਟ ਕਰਦਾ ਹੈ, ਇਹਦੇ ਵਿੱਚ ਵੀ ਉਹਦੀ ਖੁਸ਼ੀ ਹੈ। ਜਿਹਨੂੰ ਆਸਾ ਦੀ ਵਾਰ ਦੇ ਵਿੱਚ ਮਹਾਰਾਜ ਸਾਹਿਬ ਕਹਿੰਦੇ ਨੇ, ਕਰ ਆਸਣ ਡਿਠੋ ਚਾਓ। ਪਰਮਾਤਮਾ ਨੇ ਆਪਣਾ ਆਸਣ ਲਗਾ ਕੇ ਚਾਓ ਦੇ ਨਾਲ ਇਸ ਪ੍ਰਿਥਵੀ ਨੂੰ ਵੇਖ ਰਿਹਾ ਹੈ। ਇਸ ਦੇ ਇੱਕ ਇੱਕ ਕਰਮ ਦੇ ਵਿੱਚ,
एक एक सैकेंड का बदलाव परमात्मा के हुक्म विच हो रहा है। मनुख नूं पता नहीं उस दी जिंदगी दे विच जिहड़े बन्ने परमात्मा ने लैके जाना है, उहो जिही प्रयोजन उहो जिही मनुख उहनूं मिलने शुरू हो जाते हैं। जिहड़ी चीज़ नूं मनुख विचार करता है भावें कि उहदे हुक्म विच है। मस्कीन जी की मैनूं गल याद आउंदी, वो कहिंदे ने जदों मस्कीन जी अक्सर कथा हुक्म की करया करते सन, हुक्म विच ही सारा कुछ है। कि एक दिन उन्होंने जो 1984 से हमला होया, शीशगंज साहब कथा कर रहे सन, जिहदे विच कहिंदे सन ये चंगा नहीं होया। एक जगियासू, क्योंकि साध संगत हरेक कोई जगियासू नहीं हुंदा, हज़ारां मनुखा च किते कोई कल्ला जगियासू हुंदा है नहीं। पहला कन रस हुंदा है, फिर मन रस हुंदा है। कन दे रस तो उत्ते मन ताईं कोई कोई पहुँचता है, मन ते उत्तों आत्म रस ताईं विरला ही कोई इस मार्ग ते पहुँचता है। वो कहिंदे ने मस्कीन साहब कहन लगे, उन्होंने पुछदा है, कहंदे तुसीं कहिंदे हो सब कुछ हुक्म विच हुंदा है, इनू भी हुक्म विच क्यों नहीं मनदे तुसीं? वो कहंदे असल च मैं चिंता विच पै गया, गल ते बड़ी उच्ची है ते बड़े डूंघे पद्धर दी है। वो कहंदा ठीक है मैं इनू भी हुक्म मनदा, पर कहंदे तुसीं कहा ते नहीं। वो कहंदे गल सुन, जिहड़ी मैं उस दिन कथा कीती सी वो भी हुक्म विच कीती सी, ये जिहड़े शब्द मैं बोले ने इनू भी तू हुक्म मन, इनू क्यों भी हुक्म मनदा? वो शब्द भी मेरे तो परमात्मा ने हुक्म विच कढ़ाए, अज जिहड़े शब्द बोले ने ये भी हुक्म विच कढ़े ने। इस करके महाराज कहंदे ने उहदी कुदरत दे विच कैसे कैसे लोक ने, जिथे अभिमानी ने उत्थे कई कोट सिद्ध जति जोगी, कई कोट मनुख सिद्ध पुरुष ने। सिद्ध का मतलब साध संगत समझदार, सिद्ध का मतलब जिन्हां दी सुरत दुनिया दे ये 9 दवारियां चों, शरीर दे ये 9 दवारियां चों निकल के 10वें दे विच स्थित हो गई है। सिद्ध का मतलब श्रेष्ठ भी हुंदा है, वड्डा पुरुष, जिहड़ा मनुख दुनिया दे अगे मिसाल है, जिन्हें बंदगी कर करके दुनिया की हरेक चीज़ नूं महसूस किया है। दूजी गल है जति, उच्चे आचरण वाला, क्योंकि साध संगत अक्सर वड्डे वड्डे जति परमात्मा जिन्हां नूं बनाउंदा है वो जति उहदे हुक्म विच ही बनदे ने। क्योंकि मनुख उदों तो ही ईमानदार हुंदा है जदों तो ही उस नूं बेईमानी का मौका नहीं मिलता, उदों तो ही जति हुंदा है जदों तो इहनूं आचरणहीन होने का मौका नहीं मिलता। जिस दिन नहीं आचरणहीन होने का मौका मिलता है, वड्डे वड्डे जति अपने जत तो डोल जाते हैं, वड्डे वड्डे सती अपने सत तो डोल जाते हैं, वड्डे वड्डे सिद्ध अपनी करनी ते कथनी दे विच फर्क लै आउंदे ने। पर परमात्मा जी ने अपनी खेड दे अंदर, अपनी रचना दे अंदर जति भी पैदा किए ने, सती भी पैदा किए ने। क्योंकि कई बार ये समझा जाता है सारी दुनिया ही खराब हो गई है, सारी दुनिया में सच ही नहीं रहा। साध संगत ऐसा नहीं हुंदा, ना कदे सारी दुनिया खराब होंदी है ते ना कदे सारी दुनिया ठीक होंदी है। ना कदे कोई कौम सारी ठीक हुई है ते ना कोई कौम सारी माड़ी हुई है। ना कोई जात सारी ठीक हुई है, ना कदे कोई जात सारी माड़ी हुई है। हरेक दे अंदर चंगे भी रहिंदे ने ते माड़े भी रहिंदे ने। 100% की गारंटी किते भी नहीं है। ईवन के महाराज ने ते मनुख नूं भी ये कहा है, तेरे मन की भी कोई गारंटी नहीं, भावें जिन्नी मर्जी बंदगी कर लवें, उदों भी मन के उत्ते विश्वास ना करें। क्यों? क्योंकि मन नहीं तो दसना है ना भी तेरे अंदर किहड़े किहड़े गुण ने, ये मन ही तो दसदा। कहते मन की कोई गारंटी नहीं है, कित्थों तई ये मन जा सकता है। महाराज कहते कई कोट सिद्ध जति जोगी, कई कोट राजे रस भोगी। उस परमात्मा ने कई ऐसे मनुख बनाए ने जिहड़ियां रसां दे विषय वकारां दे रसां दे विच लगे रहिंदे ने। कई कोट पंखी सर्प उपाए, कई करोड़ां ही किस्मां दे उन्हें पंखी बनाए ने, सप बनाए ने, भाव कई करोड़ां ही जीव बनाए ने। अज तई साध संगत साइंटिफिक तौर पर
ਸਾਇੰਸ ਦੇ ਤੌਰ ਤੇ ਇਹਦੀ ਗਿਣਤੀ ਵੀ ਨਹੀਂ ਹੋ ਸਕੀ ਜੀਵ ਕਿੰਨੇ ਨੇ ਤੇ ਕਿੰਨੀਆਂ ਉਹਨਾਂ ਦੀਆਂ ਪ੍ਰਜਾਤੀਆਂ ਨੇ। ਇਹ ਜਿੰਨੀ ਅਸੀਂ 84 ਲੱਖ ਜੋਨ ਕਹਿੰਦੇ ਆ, ਇਹ ਉਹਨਾਂ ਮਨੁੱਖਾਂ ਨੇ ਗਿਣਤੀ ਕੀਤੀ ਹੈ ਜਿਹੜੇ ਪਰਮਾਤਮਾ ਦੀ ਬੰਦਗੀ 'ਚ ਲੱਗੇ ਨੇ। ਕਿਉਂਕਿ ਕਈ ਵਾਰੀ ਅਸੀਂ ਵੇਖਿਆ ਜਾਂਦਾ ਹੈ, ਲੋਕ ਅਕਸਰ ਕਹਿੰਦੇ ਨੇ ਕਰਾਮਾਤ ਕੀ ਹੁੰਦੀ ਹੈ। ਆ 84 ਲੱਖ ਜੂਨਾਂ ਦਾ ਬਿਨਾਂ ਯੰਤਰ ਜੰਤਰ ਤੋਂ ਦੱਸ ਦੇਣਾ ਦੁਨੀਆ ਨੂੰ, ਇਹ ਕਰਾਮਾਤ ਤੋਂ ਵੱਡੀ, ਇਹ ਤੋਂ ਵੱਡੀ ਕਰਾਮਾਤ ਕੀ ਹੈ। ਅੱਜ ਤਾਈਂ ਬੁੱਧੀ ਦੇ ਤਲ ਤੇ ਮਨੁੱਖ ਨੇ ਇੰਨੇ ਯੰਤਰ ਬਣਾਏ ਨੇ, ਯੰਤਰ ਐਸਾ ਨਹੀਂ ਬਣਿਆ ਦੁਨੀਆ ਤੇ ਜਿਹੜਾ ਜੂਨਾਂ ਦੀ ਗਿਣਤੀ ਕਰ ਸਕੇ। ਅੱਜ ਤਾਈਂ ਵੀ ਜੂਨਾਂ ਦੀ ਗਿਣਤੀ ਨਹੀਂ ਹੋਈ ਸਾਧ ਸੰਗਤ, ਔਰ ਨਾ ਹੀ ਹੋ ਸਕਦੀ ਹੈ, ਕਿਉਂਕਿ ਬਹੁਤੀਆਂ ਪ੍ਰਜਾਤੀਆਂ ਐਸੀਆਂ ਨੇ ਜਿਹੜੀਆਂ ਵਿਖਦੀਆਂ ਨਹੀਂ, ਅਦ੍ਰਿਸ਼ਟ ਨੇ। ਬਹੁਤੀਆਂ ਪ੍ਰਜਾਤੀਆਂ ਐਸੀਆਂ ਨੇ ਜਿਹੜੀਆਂ ਹਵਾ ਵਿੱਚ ਰਹਿੰਦੀਆਂ ਨੇ, ਕਈ ਐਸੀਆਂ ਨੇ ਜਿਹੜੀਆਂ ਪਤਾਲ ਵਿੱਚ ਰਹਿੰਦੀਆਂ ਨੇ, ਔਰ ਪਤਾਲ ਦੇ ਵੀ ਕਿਹੜੇ ਡੂੰਘੇ ਤਲ ਤੇ ਰਹਿੰਦੀਆਂ ਨੇ ਇਹ ਵੀ ਕਿਸੇ ਨੂੰ ਨਹੀਂ ਪਤਾ। ਦੁਨਿਆਵੀ ਤੌਰ ਤੇ ਇਹ ਚੀਜ਼ ਬੁੱਧੀ ਦੇ ਤਲ ਤੇ ਅੱਜ ਤਾਈਂ ਖੋਜ ਨਹੀਂ ਹੋ ਪਾਈ। ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ। परमात्मा ने कई करोड़ों कई प्रकार के पत्थर बनाए ने ते कई प्रकारां दे विरख बनाए ने। हुण साध संगत जिहड़े ये वृक्ष ने, चलो इत्थे दे किसी ने वृक्ष लगाए होणगे समतल इलाकियां विच, जिहड़े वृक्ष पहाड़ी इलाकियां विच ने, पहाड़ां ते ने, उन्हां दा बीज कौन सुट के आया है? अपने आप ही बने ने। और एक नहीं लखां ही प्रकार के वृक्ष ने एक पहाड़ां ते। हुण उन्हां पहाड़ां दे उत्ते किसी ने कोई बीज नहीं सटिया, अपने आप ही उत्थे विरख उगे ने। और एक नहीं कई प्रकारां दे ने, कई ऐसियां औषधियां ने जिहड़ियां समतल इलाकियां च नहीं हुंदियां ते मनुख नूं उन्हां बारे ज्ञान भी नहीं। कई करोड़ां ही किस्मां दे वृक्ष ने, भावें कि साडे देश दे बड़े वड्डे आयुर्वेदाचार्य ਧਨਵੰਤਰ होना ने हरेक वृक्ष के रस नूं वेख्या ते उस दा सत कढ के आयुर्वेद की रचना की। मैनूं याद आउंदा है, शायद चरक की गल है, जदों वो अपने गुरु तो शिक्षा लै रहा सी, उसका गुरु जिस दिन शिक्षा पूरी हुई वो कहंदा गुरु जी गुरु दक्षिणा। उंजा ठीक है दक्षिणा तो मैनूं चाहीदी है, पर मैनूं तूं एक ही दक्षिणा दे। की कहंदा इस धरती ते जा, किसी ऐसे वृक्ष के पत्ते नूं लभ के लिया जिहदे विच कोई गुण ना होए। वो उत्थों तुरिया विदेशां विच गया, बड़ी दूर तक भ्रमण किया, सारी थां ते घूम फिर के वापस आ गया। अपने गुरु नूं कहंदा गुरु जी दुनिया ते ऐसा कोई दरख्त ही नहीं है जिहदे अंदर कोई गुण ना होए। हरेक दरख्त के अंदर कोई ना कोई गुण तो जरूर है। इस करके परमात्मा ने कई करोड़ों प्रकार के दरख्त पैदा किए ने। साध संगत हैरानगी हुंदी है, बाणी कहंदी कुदरत दिसी है कुदरत सुनी है, कुदरत भौ सुखसार, कुदरत पाताली आकाशी कुदरत, कुदरत सर्व विचार। बाणी कहंदी आकाश पताल, ये वेखो किड्डी वड्डी परमात्मा ने कुदरत रची हुई है। बाणी दे विच ते कुदरत का एक होर भी जिक्र आया है। महाराज कहंदे सूरज एको रुत अनेक, नानक करते के केते वेस। वो कैसा करता होएगा जिन्हें एक सूरज दे नाल साडे देश दे विच 6 रुत्तां बनाईयां ने। बाणी ने तो रुत्तां अनेक ही गिणियां ने, असीं 6 गिणदे आ। हुण अनेक होणगियां ये वखरी गल है, इत्थों ताईं मनुख की खोज नहीं गई। महाराज भी 6 रुत्तां लिख सकते सन, पर उन्होंने शब्द वरतिया अनेक। सूरज एको रुत अनेक, अनेक ही रुत्तां ने। हुण पर इत्थों 6 का भी कमाल वेखो, सूरज एक ही है, गर्मी उन्नी दे रहा। ये नहीं है ठंड दे विच सूरज अपनी गर्मी घटा लैंदा है, ऐसा थोड़ी ना किते भी हुण ठंड आई है उन्होंने पता लग गया इत्थे ही ठंड है। दूजे देशों में, इसे देश में बंबे चले जाइए उत्थे कोई ठंड नहीं है, इसे देश में शिमले चले जाइए उत्थे मनुख की इन्नी ठंड है पता ही नहीं।
धरती एक है, बेंगलोर चले जाइए वातावरण कुछ होर है, चेन्नई चले जाइए उत्थे गर्मी कुछ होर है। सूरज इक्को है, धरती इक्को है, एक थां ते वख-वख प्रकार का वातावरण परमात्मा ने बनाया है। हुण जिहड़ा ऐसा करता है, एक सूरज दे नाल वख-वख थावां ते वख-वख वातावरण पैदा कर सकता है, किड्डा वड्डा करता होएगा ते किड्डी वड्डी सूझ-बूझ दा मालक वो होएगा। ताई बाणी ने कहा वड्डे मेरे साहिबा गहर गंभीरा गुणी गहीरा कोई ना जाने तेरा केता केवड़ चीरा। साध संगत इसे करके कहा गया जेड़े मनुख परमात्मा दे नाल जुड़े हुए ने उन्हां दी एक पछाण ये भी है वो गंभीर होणगे। जेड़ा मनुख गल गल ते हस पैंदा है, क्योंकि साध संगत हासे नाल दी दुनिया ते कोई चीज़ नहीं है। हासा सिर्फ एक परमात्मा दा भगत है, जदों वो हसदा है वो भी परमात्मा दे चोजां नूं वेख के हसदा है। रंग हस है रंग रोव है, चुप भी कर जाहे प्रवाह नाही किसे कीरी बाज सच्चे नाह। हुण वो परमात्मा दा भगत है, हसदा वो भी है, पर वो कुदरत दे अचरज तमाशियां नूं वेख के हसदा है। पर दुनियावी तौर ते जिहड़ा हासा हुंदा है कदे वेख लेना, जिहड़ी गल मनुख नूं सीधे तौर ते नहीं कही जाती वो हासे विच कही जाती है। जिहड़ी गल दा मनुख दे जरूरत नहीं पैंदी किसी नूं सीधे शब्दां च कह दें, वो फिर मजाक विच कहंदा है। फिर उस तो बाद कहेगा नहीं नहीं वो अगों लड़न लगे कहेगा नहीं मैं तो मजाक कर रहा सी। मजाक नहीं हुंदा, मजाक ना दी दुनिया ते कोई चीज़ नहीं है। हमेशा हासा हुंदा है किसी दे अवगुणां ते। जिवें असीं कह देवांगे फलाना मनुख जा रहा सी, बस दे विच चढ़न लग्या, पैर फिसलिया, पलट गया, उहदे सारे कपड़े लिबड़ गए, मूँह लिबड़ गया, हुण ये सारा अवगुण है। हुण ये गल सुनदे ही हज़ारां लोग ताड़ियां मार मार के हस पैंदे ने। इहदा मतलब ये है हजे उन्हां विच कोई गंभीरता नहीं, घट्टो घट अजे गुरु दे सिख ते नहीं हैं। सच्चाई ते ये है, क्योंकि जिहड़ा गंभीर नहीं है वो सिख ही नहीं है। बाणी ते कहंदे क्योंकि सिखां दा मन नीवा मत उच्ची। जिहड़े उच्ची मत दे मालक ने उन्हां दा जीवना ही कुछ होर प्रकार दा हुंदा है। मैं कई बारी सोचदा है अज भावें कि धर्मां दी गल कुछ वखरी रह गई है, पर साध संगत धर्मी मनुख दी पछाण ही वखरी हुंदी है। उहदे चेहरे दा वेखना ही कुछ होर हुंदा है, उहदियां अखां दे विच रोशनी कुछ होर हुंदी है, उहदियां आदतां विचित्र प्रकार दियां हुंदियां ने। कोई मनुख, मैं कई बारी मस्कीन जी की गल याद आउंदी है, कहंदे एक मनुख 20 साल तो लगातार गुरु के द्वारे आ रहा है, अज तई क्रोधी है। एक 20 साल तो आया नहीं वह भी क्रोधी है। कहंदे जिहड़ा नहीं आया उन्होंने तो मन लीए वो तो क्रोधी होना ठीक है, जिहड़ा 20 साल तो आ रहा वो क्यों क्रोधी रह गया। जिहड़ा 20 साल तो नहीं आया वो तो लोभी मन लीए है, जिहड़ा 20 साल तो गुरु की बाणी सुन रहा है, अखंड पाठ सुन रहा है, वह भी लोभी है। इहदे पिछे की कारण है? इहदा मतलब ये है अजे उन्हें गुरु की गल नहीं सुनी। घट्टो घट गुरु की गल तो उहदी शरधा ते नहीं है। गुरु की कहंदा है की नहीं कहंदा उहदे नाल उहदा लेना देना भी कुछ नहीं है। याद रखना साध संगत, बाणी कहंदी परमात्मा ने रचना रची है, ये रचना विचित्र प्रकार की है। इत्थे ते असीं दरख्तां नूं पानी दिंदे आ, किड्डे वड्डे वड्डे पर्वत ने, पहाड़ ने, परमात्मा ने उन्हां दा पानी का इंतजाम अपने आप ही किया होया है। इत्थे खार दवाई दिती जाती है खेतों में, उत्थे कोई खाद दवाई नहीं। दरख्त किड्डे वड्डे वड्डे खलोते ने, कोई खाद दवाई नहीं। इहदा मतलब यह है प्रकृति सारियां नूं पालदी है। जे दरख्तां नूं पाल सकती है तो मनुखां नूं क्यों नहीं पालेगी। तां ते बाणी कहंदी नानक चिंता मत करो, चिंता तिस ही है। वो इड्डे वड्डे वड्डे जंगल ने, उन्हां च कदी किसी ने दरख्त लगाए नहीं, कदी वाड़ा नहीं लगाइयां, कदी किसी ने खार दवाई नहीं मारी। इड्डे वड्डे वड्डे दरख्त, ते जे उन्हां दे फ्रूटां नूं भी टैसट कराया जाए तो 1 नंबर के मानक विच आउंदे ने। कोई उन्हां दे विच जहर नहीं। पर याद रखना साध संगत, मनुख ने अपने लालच दे वस हो के
ਆਪਣੀ ਬੁੱਧੀ ਦੇ ਵਸ ਹੋ ਕੇ ਜਿਵੇਂ ਪਰਮਾਤਮਾ ਤੋਂ ਵਿਛੜਿਆ ਧਰਤੀ ਦੇ ਨਾਸ਼ ਵੱਲ ਨੂੰ ਤੁਰ ਪਿਆ। ਮੈਂ ਕਈ ਵਾਰੀ ਸੋਚਦਾ, ਲੋਕ ਅਕਸਰ ਕਹਿੰਦੇ ਨੇ ਮਨੁੱਖ ਉਥਾਨ ਦੀ ਤਰਫ ਜਾ ਰਿਹਾ ਹੈ, ਦੁਨੀਆ ਸਿਆਣੀ ਹੁੰਦੀ ਜਾ ਰਹੀ ਹੈ। ਨਹੀਂ ਸਾਧ ਸੰਗਤ, ਦੁਨੀਆ ਰੋਜ਼ ਰੋਜ਼ ਮੂਰਖਤਾ ਦੀ ਤਰਫ ਜਾ ਰਹੀ ਹੈ। ਰੋਜ਼ ਰੋਜ਼ ਦੁਨੀਆ ਸਿਆਣੀ ਨਹੀਂ ਹੋ ਰਹੀ, ਰੋਜ਼ ਰੋਜ਼ ਵਿਅਕਤੀ ਮੂਰਖ ਹੁੰਦਾ ਜਾ ਰਿਹਾ। ਸਿਆਣਾ ਕਿਉਂ ਮੰਨਿਆ ਜਾਂਦਾ ਹੈ? ਇਹਨੇ ਏਸੀ ਬਣਾ ਲਿਆ ਹੈ। ਕਿ ਏਸੀ ਬਣਾਉਣਾ, ਠੰਡ ਦੇ ਵਿੱਚ ਹੀਟਰ ਬਣਾਉਣਾ, ਕਿ ਇਹ ਸਿਆਣਪਤਾ ਦੀਆਂ ਨਿਸ਼ਾਨੀਆਂ ਨੇ? ਨਹੀਂ। ਪ੍ਰਕਿਰਤੀ ਨੇ ਜੈਸਾ ਇਨਵਾਇਰਮੈਂਟ ਬਣਾਇਆ ਹੈ, ਇਹ ਤੋਂ ਵੱਖ ਹੋਣਾ ਹੀ ਮੂਰਖਤਾ ਹੈ। ਇਹਦੇ ਤੋਂ ਵੱਖਰਾ ਰਹਿਣਾ ਹੀ ਮੂਰਖਤਾ ਹੈ। ਜਿਹੜੇ ਮਨੁੱਖ ਪ੍ਰਕਿਰਤੀ ਤੋਂ ਨਾ ਮਿਲ ਸਕਣਗੇ, ਪ੍ਰਕਿਰਤੀ ਨਾਲ ਨਹੀਂ ਰਹਿ ਸਕਣਗੇ, ਉਹ ਆਪਣੇ ਸਰੀਰਾਂ ਨੂੰ ਖਰਾਬ ਕਰ ਲੈਂਦੇ ਨੇ। ਅੱਜ ਦੀ ਦੁਨੀਆ ਵਿੱਚ ਜਿੰਨੀਆਂ ਬਿਮਾਰੀਆਂ ਨੇ, ਅੱਜ ਤੋਂ 100 ਸਾਲ ਪਹਿਲਾਂ ਨਹੀਂ ਸਨ। ਅੱਜ ਇੱਕ ਸ਼ਹਿਰ ਦੇ ਵਿੱਚ 150 ਹਸਪਤਾਲ ਹੈ। ਪਹਿਲਾਂ ਕਦੇ 10 ਪਿੰਡਾਂ ਦੇ ਵਿੱਚ ਇੱਕ ਹਕੀਮ ਹੋਇਆ ਕਰਦਾ ਸੀ ਬਸ। ਕਿਉਂ? ਮਨੁੱਖ ਨੂੰ ਇਹ ਪਤਾ ਹੁੰਦਾ ਸੀ ਕੀ ਖਾਣਾ ਹੈ, ਕੀ ਨਹੀਂ ਖਾਣਾ। ਅੱਜ ਤੇ ਮਨੁੱਖ ਸਵਾਦ ਦੇ ਹਿੱਤ ਇੰਨਾ ਕੁਝ ਖਾਈ ਜਾਂਦਾ ਹੈ। ਮੈਂ ਤਾਂ ਕਈ ਵਾਰੀ ਸੋਚਦਾ, ਸਾਧ ਸੰਗਤ, ਘੱਟੋ ਘੱਟ ਮਨੁੱਖ ਨੂੰ ਸਰੀਰ ਬਾਰੇ ਤੇ ਪਤਾ ਹੋਏ, ਕਿਹੜੀ ਚੀਜ਼ ਕਦੋਂ ਖਾਣੀ ਹੈ, ਕਿੰਨੀ ਖਾਣੀ ਹੈ। ਮਨ ਦੀ ਤੇ ਗੱਲ ਹੀ ਵੱਖਰੀ ਹੈ। ਮਨ ਦੇ ਤਲ ਤੇ ਕੀ ਸੁਣਨਾ ਹੈ, ਕੀ ਨਹੀਂ ਸੁਣਨਾ, ਉਹ ਵੱਖਰੀ ਗੱਲ ਹੈ। ਘੱਟੋ ਘੱਟ ਸਰੀਰ ਦੇ ਤਲ ਤੇ ਜੀ ਰਿਹਾ, ਸਰੀਰ ਨੂੰ ਤੇ ਠੀਕ ਕਰ ਸਕੇ। ਸਰੀਰ ਦੇ ਤਲ ਦੇ ਉੱਤੇ ਮਨੁੱਖ ਜਿੰਦਾ ਹੋਇਆ ਸਰੀਰ ਨੂੰ ਨਹੀਂ ਠੀਕ ਕਰ ਸਕਦਾ। ਕਿਉਂ? ਕਿਉਂਕਿ ਜਦੋਂ ਮਨੁੱਖ ਪਰਮਾਤਮਾ ਤੋਂ ਵਿਛੜਦਾ ਹੈ, ਇਹਨਾਂ 9 ਦੀਵਾਰਿਆਂ ਦੇ ਵਿੱਚ ਹੀ ਫਸ ਜਾਂਦਾ ਹੈ ਬਸ। ਕੁਝ ਜੀਭ ਦੇ ਵਿੱਚ ਫਸ ਗਈ ਹੈ ਸੁਰਤ, ਕੁਝ ਕੰਨਾਂ ਵਿੱਚ ਫਸ ਗਈ ਹੈ, ਕੁਝ ਅੱਖਾਂ ਦੇ ਥਾਣੀ, ਬਸ ਅੱਖਾਂ ਥਾਣੀ ਦ੍ਰਿਸ਼ ਵੇਖਣੇ ਨੇ, ਉਹਦੇ ਵਿੱਚ ਫਸ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੀ ਰਚਨਾ ਬੜੀ ਬੇਅੰਤ ਹੈ। ਉਸ ਪਰਮਾਤਮਾ ਦੀ ਰਚਨਾ ਨੇ ਜਿੱਥੇ ਅਭਿਮਾਨੀਆਂ ਨੂੰ ਪੈਦਾ ਕੀਤਾ ਹੈ, ਅਗਿਆਨੀਆਂ ਨੂੰ ਪੈਦਾ ਕੀਤਾ ਹੈ, ਉੱਥੇ ਸੰਤਾਂ ਨੂੰ ਵੀ ਪੈਦਾ ਕੀਤਾ ਹੈ, ਸਾਧਾਂ ਨੂੰ ਵੀ ਪੈਦਾ ਕੀਤਾ ਹੈ। ਜਿੱਥੇ ਪਰਮਾਤਮਾ ਨੇ ਸ਼ੂਮ ਲੋਕ ਬਣਾਏ ਨੇ, ਉੱਥੇ ਦਾਨੀ ਵੀ ਬਣਾਏ ਨੇ। ਜਿੱਥੇ ਕਾਮੀ ਬਣਾਏ ਨੇ, ਉੱਥੇ ਧਰਮੀ ਵੀ ਬਣਾਏ ਨੇ। ਦੁਨੀਆ ਦੇ ਉੱਤੇ ਇਹ 2 ਫੈਸਲੇ ਪੱਕੇ ਚੱਲਦੇ ਰਹਿੰਦੇ ਨੇ। ਬਾਣੀ ਕਹਿੰਦੀ ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇਸ ਭੂ ਮੰਡਲ। ਸਾਧ ਸੰਗਤ, ਇਹ ਗੱਲ ਬੜੀ ਤਵੱਜੋ ਦੇ ਕੇ ਸੁਣਨ ਵਾਲੀ ਹੈ। ਅੱਜ ਤਾਈਂ ਕਦੇ ਦੁਨੀਆ ਤੇ ਕਿਹਾ ਜਾਂਦਾ ਸੀ ਇੱਕ ਹੀ ਦੇਸ਼ ਹੈ, ਇੱਕ ਹੀ ਪ੍ਰਿਥਵੀ ਹੈ, ਇੱਕ ਹੀ ਭੂ ਦਾ ਮਤਲਬ ਇੱਕ ਹੀ ਪ੍ਰਿਥਵੀ ਹੈ। ਪਰ ਇੱਥੇ ਮਹਾਰਾਜ ਕੀ ਕਹਿੰਦੇ ਨੇ? ਕਈ ਕੋਟ ਦੇਸ਼ ਭੂ ਮੰਡਲ, ਕਈ ਕਰੋੜਾਂ ਹੀ ਦੇਸ਼ ਨੇ, ਕਈ ਕਰੋੜਾਂ। ਅਸੀਂ ਦੇ ਇੱਥੇ ਇੱਕ ਦੇਸ਼ ਨੂੰ ਫੜ ਕੇ ਬੈਠੇ ਹਾਂ। ਮਨੁੱਖ ਨੇ ਤੇ ਖੋਜ ਅਜੇ ਤਾਈਂ ਆ ਇੱਕ ਦੇਸ਼ ਦੀ ਕੀਤੀ ਹੈ, ਇੱਕ ਪ੍ਰਿਥਵੀ ਦੀ ਕੀਤੀ ਹੈ। ਹੁਣ ਇਹ ਬਿਨਾਂ ਕਿਸੇ ਯੰਤਰ ਤੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਰੋੜਾਂ ਪ੍ਰਿਥਵੀਆਂ ਦੀ ਗੱਲ ਕਰਦੇ ਨੇ। ਸਾਧ ਸੰਗਤ, ਇਹ ਸਾਰੀ ਦੀ ਸਾਰੀ ਗੱਲ ਮਨੁੱਖ ਨੂੰ ਪਤਾ ਲੱਗਦੀ ਹੈ ਜਦੋਂ ਮਨੁੱਖ ਅੰਤਰ ਆਤਮੇ 'ਚ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਾ ਹੈ। ਜਦੋਂ ਮਨੁੱਖ ਬੰਦਗੀ ਕਰਦਾ ਹੈ, ਇਹ ਗੱਲਾਂ ਉਦੋਂ ਪਤਾ ਲੱਗਦੀਆਂ ਨੇ। ਗੁਰਬਾਣੀ ਬਿਨਾਂ ਬੰਦਗੀ ਤੋਂ ਮਨੁੱਖ ਕਦੀ ਗੁਰਬਾਣੀ ਤੇ ਨਹੀਂ ਚੱਲ ਪਾਏਗਾ। ਜਦੋਂ ਤਾਈਂ ਵਾਹਿਗੁਰੂ ਸਤਿਨਾਮ ਪਰਮੇਸ਼ਰ ਦਾ ਨਾਮ ਨਹੀਂ ਜਪੇਗਾ, ਜਦੋਂ ਤਾਈਂ ਨਾਮ ਨਹੀਂ ਜਪੇਗਾ, ਉਦੋਂ ਤਾਈਂ ਬਾਣੀ ਦੀ ਸਮਝ ਨਹੀਂ ਆਉਣੀ। ਬਾਣੀ ਕਿਉਂਕਿ ਅਸੀਂ ਮਨ ਦੇ ਤਲ ਤੇ ਜੀ ਰਹੇ ਹਾਂ, ਤੇ ਬਾਣੀ ਦੇ ਅਰਥ ਵੀ ਮਨ ਦੇ ਤਲ ਤੇ ਕਰਦੇ ਆ। ਨਹੀਂ, ਬਾਣੀ ਤੇ ਸਾਰੀ ਜੀਵ ਆਤਮਾ ਦੇ ਤਲ ਤੇ ਬੋਲਦੀ ਹੈ। ਬਾਣੀ ਤੇ ਸਾਰੀ ਆਤਮਾ ਦੇ ਤਲ ਤੇ ਰਹਿੰਦੀ ਹੈ। ਮਨੁੱਖ ਮਨ ਦੇ ਤਲ ਤੇ ਰਹਿੰਦਾ ਹੈ, ਮਨ ਦੇ ਤਲ ਤੇ ਅਰਥ ਨਹੀਂ ਹਨ ਗੁਰਬਾਣੀ ਦੇ। ਆਪਾਂ ਕਈ ਵਾਰੀ ਸ਼ਬਦ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਹੁਣ ਆਖਾਂ ਜੀਵਾਂ ਮੰਨ ਲਓ, ਇਹਦੇ ਵਿੱਚ ਇਹ ਸਮਝ ਲਓ ਜੀਵ ਆਤਮਾ ਇਹ ਪੁਕਾਰ ਕਰਦੀ ਹੈ, ਜੀਵ ਆਤਮਾ। ਔਰ ਆਖਾਂ ਕੀ? ਉਹ ਕਹਿੰਦੀ ਜਦੋਂ ਸੁਰਤ ਪਹੁੰਚਦੀ ਹੈ ਪਰਮਾਤਮਾ ਦੇ ਮੰਡਲ ਦੇ ਵਿੱਚ, ਜਿੰਨੀ ਦੇਰ ਸੁਰਤ ਜੁੜੀ ਰਹਿੰਦੀ ਹੈ, ਅਧਿਆਤਮਕ ਰਸ ਮਿਲਦਾ ਰਹਿੰਦਾ ਹੈ, ਉਦੋਂ ਤਾਈਂ ਦੇ ਜੀਵਨ ਗਿਣਤੀ ਵਿੱਚ ਨੇ, ਬਾਕੀ ਜੀਵਨ ਹੀ ਬਿਰਥਾ ਹੈ। ਇਹ ਆਖਣ ਦਾ ਮਤਲਬ ਇਹ ਨਹੀਂ ਸਤਿਨਾਮ ਵਾਹਿਗੁਰੂ ਜਪਣਾ, ਚਲੋ ਇਹ ਵੀ ਗੱਲ ਹੈ। ਇਹ ਤੋਂ ਵੀ ਅਗਲੀ ਗੱਲ ਹੈ, ਜਦੋਂ ਮਨੁੱਖ ਜਪ ਜਪ ਕੇ ਇਸ ਸਰੀਰ ਤੋਂ ਅਲੱਗ ਹੋ ਜਾਂਦਾ ਹੈ, ਜੀਵ ਆਤਮਾ ਦੇ ਤਲ ਤੇ ਆ ਜਾਂਦਾ ਹੈ, ਫਿਰ ਉਹ ਕਹਿੰਦੀ ਹੈ ਜਦੋਂ ਮੈਂ ਜਿਉਣਾ, ਜਦੋਂ ਜੀਵ ਆਤਮਾ ਪਰਮਾਤਮਾ ਦੇ ਰਸ ਵਿੱਚ ਜੁੜਦੀ ਹੈ,
ਉਹਨੂੰ ਵਿਚਿੱਤਰ ਪ੍ਰਕਾਰ ਦੀਆਂ ਚੀਜ਼ਾਂ ਵਿਖਦੀਆਂ ਨੇ, ਉੱਥੇ ਹੀ ਅਰਦਾਸ ਨਿਕਲਦੀ ਹੈ, ਹੇ ਪ੍ਰਮਾਤਮਾ ਆ ਜਿੰਨੀ ਦੇਰ ਮੈਂ ਜੀ ਰਹੀ ਹਾਂ, ਜਿੰਨੀ ਦੇਰ ਤੇਰੇ ਦਰਸ਼ਨ ਹੋ ਰਹੇ ਨੇ ਉਨੀ ਦੇਰ ਹੀ ਜਿਉਣਾ, ਬਾਕੀ ਜੀਵਨ ਹੀ ਬਿਰਥਾ ਹੈ। ਕਹਿੰਦੇ ਚਾਈਨਾ ਦੇ ਵਿੱਚ ਪਤਾ ਨਹੀਂ ਕਿਹੜੀ ਥਾਂ ਇੱਕ ਪਿੰਡ ਹੈ, ਉੱਥੇ ਕੋਈ ਮਨੁੱਖ ਗਿਆ, ਵੱਡੀਆਂ ਵੱਡੀਆਂ ਉਮਰਾਂ ਦੇ ਲੋਕ, ਤੇ ਉਹਨੂੰ ਕਹਿਣ ਲੱਗੇ ਕਿੰਨੇ ਸਾਲ ਦਾ ਹੈ? ਕਹਿੰਦੇ ਇਹ ਜੀ 20 ਸਾਲ ਦਾ ਹੈ, ਉਮਰ 80 ਸਾਲ ਦੀ। ਇਹ ਕਹਿੰਦੇ ਇਹ 15 ਸਾਲ ਦਾ ਹੈ। ਇੱਕ ਬੜਾ ਹੀ ਬਜ਼ੁਰਗ ਮਨੁੱਖ ਕਹਿੰਦੇ ਇਹ 1 ਸਾਲ ਦਾ ਹੀ ਹੈ। ਕਹਿੰਦੇ ਇਹ ਕੀ ਚੱਕਰ, ਐਵੇਂ ਕਿਉਂ? ਕੋਈ 20 ਸਾਲ ਦਾ ਹੈ, ਕੋਈ 15 ਸਾਲ ਦਾ, ਕੋਈ 1 ਸਾਲ ਦਾ ਹੈ। ਕਹਿੰਦੇ ਸਾਡੇ ਦੇਸ਼ ਦੇ ਵਿੱਚ ਉਮਰ ਦੀ ਗਿਣਤੀ ਸਰੀਰ ਦੇ ਹਿਸਾਬ ਨਾਲ ਨਹੀਂ, ਸੁਰਤ ਦੇ ਹਿਸਾਬ ਨਾਲ ਹੈ। ਇਹਨੂੰ ਪਰਮੇਸ਼ਰ ਨਾਲ ਜੁੜਿਆ 1 ਸਾਲ ਹੋਇਆ ਬਸ, ਤਾਂ ਕਰਕੇ 21 ਸਾਲ ਦੀ ਇਹਦੀ ਗਿਣਤੀ ਹੈ। ਕਿਉਂ? ਲੇਖੇ ਵਿੱਚ ਇਹਦਾ 21 ਸਾਲ ਪੈਣਾ ਹੈ, ਬਾਕੀ ਇਹਦੇ ਜਿੰਨੇ ਸਾਲ ਨੇ ਉਹ ਸਾਰੇ ਖਰਾਬ ਨੇ। ਇਹਨੂੰ 15 ਸਾਲ ਹੋਏ ਨੇ ਪਰਮੇਸ਼ਰ ਨਾਲ ਜੁੜਿਆ, ਬੰਦਗੀ ਕਰਦਿਆਂ 15 ਸਾਲ ਹੋ ਗਏ ਨੇ। ਸਿਰਫ ਇਹ 15 ਸਾਲ ਦਾ, ਭਾਵੇਂ ਉਮਰ ਇਹਦੀ 80 ਸਾਲ ਹੈ। ਇਹਦੇ ਜਿਹੜੇ 65 ਸਾਲ ਨੇ ਉਹ ਖਰਾਬ ਗਏ ਨੇ। 65 ਸਾਲ ਕਿਸੇ ਅਰਥ ਨਹੀਂ। ਕਿਸੇ ਦੀ 10 ਸਾਲ ਉਮਰ ਹੈ, ਭਾਵ ਉਮਰ ਉਹੀ ਗਿਣਤੀ ਵਿੱਚ ਆਉਂਦੀ ਹੈ ਜਿਹੜੀ ਨਾਮ ਵਿੱਚ ਲੰਘੇ। ਜਿਹਨੂੰ ਬਾਣੀ ਕਹਿੰਦੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਇਹਦਾ ਮਤਲਬ ਕੀ, ਇੱਕ ਘੜੀ ਨਾ ਮਿਲਤੇ, ਇਹਦਾ ਮਤਲਬ ਇਹ ਮਿਲਣਾ ਨਹੀਂ, ਇੱਥੇ ਆ ਗਿਆ ਇਹ ਮਿਲਣਾ ਨਹੀਂ। ਜਦੋਂ ਸੁਰਤ ਜੁੜੀ ਹੁੰਦੀ ਹੈ ਪਰਮਾਤਮਾ ਨਾਲ, ਸਾਧ ਸੰਗਤ, ਇਹ ਸਰੀਰ ਤੋਂ 9 ਦੁਆਰਿਆਂ ਚੋਂ ਬਾਹਰ ਹੁੰਦੀ ਹੈ, 10ਵੇਂ ਵਿੱਚ ਗਈ ਹੁੰਦੀ ਹੈ। ਜਿੰਨੀ ਦੇਰ ਸੁਰਤ ਉੱਥੇ, 10ਵੇਂ ਪਾਤਸ਼ਾਹ ਨੇ ਕਿਹਾ, ਕਹਿੰਦੇ ਮੇਰਾ ਦਿਲ ਨਹੀਂ ਚਿੱਤ ਨਾ ਬਹਿਓ ਆਵਨ ਕੋ। ਕਹਿੰਦੇ ਮੇਰਾ ਦਿਲ ਨਹੀਂ ਸੀ ਕਰਦਾ ਮੈਂ ਇੱਥੇ ਆਵਾਂ। ਕਿਉਂ? ਮੇਰੀ ਜਿਹੜੀ ਸੁਰਤ ਹੈ ਉਹ ਪਰਮਾਤਮਾ ਦੇ ਵਿੱਚ ਚੁੱਭੀ ਹੋਈ ਸੀ। ਜਿੰਨੀ ਦੇਰ ਸੁਰਤ ਪਰਮਾਤਮਾ ਵਿੱਚ ਜੁੜੀ ਰਹਿੰਦੀ ਹੈ, ਉਨੀ ਦੇਰ ਮਨੁੱਖ ਐਵੇਂ ਸਮਝ ਲਓ ਸੱਚਖੰਡ ਵਿੱਚ ਪਹੁੰਚਿਆ ਹੁੰਦਾ ਹੈ। ਉਨੀ ਦੇਰ ਇੱਥੇ ਬੈਠਿਆ ਹੀ। ਜਦੋਂ ਹੀ ਸੁਰਤ ਉੱਥੋਂ ਟੁੱਟਦੀ ਹੈ, ਬਾਹਰੋਂ ਕੋਈ ਆ ਕੇ ਹੱਥ ਲਗਾਉਂਦਾ ਹੈ, ਧਿਆਨ ਤੋਂ ਵਿਖਰਦਾ ਹੈ, ਨਾਲੋਂ ਨਾਲ ਕਲਯੁਗ ਵਾਪਰ ਜਾਂਦਾ। ਉਰਾਂ ਪਰਾਂ ਦੀਆਂ ਗੱਲਾਂ ਸ਼ੁਰੂ ਹੁੰਦੀਆਂ ਨੇ, ਉਹ ਸੁਰਤ ਨਾਲ ਹੀ ਖਤਮ ਹੋ ਜਾਂਦੀ ਹੈ। ਜਿੰਨਾ ਗਿਆਨ ਪ੍ਰਾਪਤ ਹੋ ਰਿਹਾ ਹੁੰਦਾ ਹੈ ਸੁਰਤ ਨਾਲ, ਉਹ ਸਾਰੀ ਜਦੋਂ ਹੀ ਸੁਰਤ ਟੁੱਟ ਗਈ, ਸਮਝੋ ਨਾਲੋਂ ਨਾਲ ਹੀ ਕਲਯੁਗ ਆ ਗਿਆ। ਕਿਉਂ? ਉਹ ਜਿਹੜੀ ਸੁਰਤ ਹੈ ਫਿਰ ਦੁਨੀਆ ਦੇ ਵੇਸਾਂ ਵਿੱਚ ਫਸ ਜਾਏਗੀ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ, ਕਈ ਕੋਟ ਦੇਸ਼ ਭੂ ਮੰਡਲ, ਇੱਕ ਦੇਸ਼ ਨਹੀਂ, ਇੱਕ ਪ੍ਰਿਥਵੀ ਨਹੀਂ, ਕਈ ਕਰੋੜਾਂ ਹੀ ਪ੍ਰਿਥਵੀਆਂ ਨੇ। ਹੁਣ ਸਾਧ ਸੰਗਤ ਇਹ ਗੱਲ ਕਿਤੇ ਅੱਜ ਤੋਂ ਪਹਿਲਾਂ ਕਿਤੇ ਕੋਈ ਜਿਹੜੇ ਮਨੁੱਖ ਪੜ੍ਹਦੇ ਹੁੰਦੇ ਸਨ, ਬੰਦਗੀ ਕਰਦੇ, ਸਾਇੰਸ ਤੇ ਖੋਜ ਕਰਦੇ, ਤੇ ਉਹਨਾਂ ਨੂੰ ਤੇ ਯਕੀਨ ਪਹਿਲਾਂ ਆ ਜਾਣਾ ਸੀ। ਹੁਣ ਮਹਾਰਾਜ ਸਾਹਿਬ ਜੀ ਨੇ ਕੋਈ ਯੰਤਰ ਨਹੀਂ ਵਰਤਿਆ, ਕਿਉਂਕਿ ਸਾਧ ਸੰਗਤ ਸੁਰਤ ਦੇ ਨਾਲ ਮਨੁੱਖ ਸਾਰੀ ਥਾਵਾਂ ਤੇ ਗਮਨ ਕਰ ਸਕਦਾ ਹੈ। ਜਦੋਂ ਮਨੁੱਖ ਹੌਲੀ ਹੌਲੀ ਬੰਦਗੀ ਕਰਦਾ ਹੈ, ਸਰੀਰ ਤੋਂ ਵੱਖਰਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹਦੇ ਅੱਗੇ ਫਿਰ ਸਥੂਲ ਸਰੀਰ ਹੈ, ਫਿਰ ਉਹਦੇ ਵਿੱਚ ਜੰਗ ਚੱਲਦੀ ਹੈ। ਹੌਲੀ ਹੌਲੀ ਸਥੂਲ ਤੋਂ ਵੱਖਰਾ ਹੋ ਜਾਂਦਾ ਹੈ, ਫਿਰ ਕਾਰਨ ਵਿੱਚ ਚਲਾ ਜਾਂਦਾ ਹੈ, ਆਤਮ ਵਿੱਚ ਚਲਾ ਜਾਂਦਾ ਹੈ। ਉੱਥੇ ਜਾ ਕੇ ਬਾਣੀ ਕਹਿੰਦੀ ਤਹਿ ਅਨੇਕ ਰੂਪ ਨਵ ਨਿਧ। ਉੱਥੇ ਜਾ ਕੇ ਅਨੇਕਾਂ ਹੀ ਰੂਪ ਨੇ, ਨਵ ਨਿਧੀਆਂ ਨੇ, ਉਸਦਾ ਅੰਤ ਨਹੀਂ ਹੈ। ਪਰ ਇਹ ਕਰੜੀ ਸਾਧਨਾ ਹੈ। ਸਾਧ ਸੰਗਤ, ਧਰਮੀ ਬਣਨਾ ਸਭ ਤੋਂ ਕਰੜਾ ਬਣਨਾ ਹੈ। ਬਾਹਰੀ ਤੌਰ ਤੇ ਧਰਮੀ ਬਣ ਜਾਣਾ ਇੱਕ ਹਾਰ ਹੈ, ਇੱਕ ਸ਼ਿੰਗਾਰ ਹੈ, 5 ਮਿੰਟਾਂ ਵਿੱਚ ਲਾਇਆ ਜਾ ਸਕਦਾ ਹੈ। ਬਾਹਰੀ ਤੌਰ ਤੇ ਧਰਮੀ ਬਣਨਾ ਹਾਰ ਸ਼ਿੰਗਾਰ ਹੈ, ਹੋਰ ਕੁਝ ਨਹੀਂ ਹੈ। 10 ਮਿੰਟ ਦੇ ਵਿੱਚ ਮਨੁੱਖ ਧਰਮੀ ਬਣ ਜਾਂਦਾ ਹੈ, 5 ਮਿੰਟਾਂ ਵਿੱਚ ਧਰਮੀ ਤੋਂ ਬਾਹਰ ਆ ਜਾਂਦਾ ਹੈ। ਬਾਹਰੀ ਤੌਰ ਤੇ ਸਰੀਰ ਦੇ ਤਲ ਤੇ ਧਰਮੀ ਬਣਨਾ 10 ਮਿੰਟਾਂ ਦਾ ਸ਼ਿੰਗਾਰ ਹੈ। ਮਨ ਦੇ ਤਲ ਤੇ ਧਰਮੀ ਬਣਨਾ ਕਈ ਕਰੋੜਾਂ ਸਾਲਾਂ ਦੀ ਸਾਧਨਾ ਹੈ। ਮਨ ਦੇ ਤਲ ਤੇ ਧਰਮ ਵਿੱਚ ਜੁੜ ਜਾਣਾ ਕਈ ਕਰੋੜਾਂ ਸਾਲ ਲੱਗਦੇ ਨੇ। ਤਕੜੀ ਸਾਧਨਾ ਹੈ। ਮਨ ਦੇ ਤਲ ਤੇ ਧਰਮੀ ਬਣਨਾ ਸਾਧਨਾ ਹੈ। ਤਨ ਦੇ ਤਲ ਦੇ ਉੱਤੇ ਧਰਮੀ ਬਣਨਾ ਇੱਕ ਸ਼ਿੰਗਾਰ ਹੈ, ਤੇ ਕੋਈ ਵੀ ਲਾ ਸਕਦਾ ਹੈ, ਲਾ ਲੈਂਦੇ ਨੇ। ਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ। ਇਹ ਸ਼ਿੰਗਾਰ ਹੀ ਆ, ਹੋਰ ਕੀ ਹੈ। ਹੱਥ ਵਿੱਚ ਮਾਲਾ ਹੈ, ਇਧਰ ਲੋਟਾ ਫੜਿਆ ਹੋਇਆ ਹੱਥ ਵਿੱਚ, ਕਹਿੰਦੇ ਸ਼ਿੰਗਾਰ ਹੈ, ਇਸ ਤੋਂ ਵੱਖ ਕੁਝ ਵੀ ਨਹੀਂ ਹੈ। ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ, ਇਹ ਸ਼ਿੰਗਾਰ ਬਣਿਆ ਹੋਇਆ ਹੈ। ਤੇ ਕਈ ਐਸੇ ਨੇ ਬਾਹਰੀ ਤੌਰ ਤੇ ਕੋਈ ਸ਼ਿੰਗਾਰ ਨਹੀਂ, ਪਰਮੇਸ਼ਰ ਦੇ ਨਾਲ ਜੁੜੇ ਹੁੰਦੇ ਨੇ।
सच्चे पातशाह कहते हैं कई कोट देश भूमंडल, कई कोट ससियर सूर नक्षत्र, कई करोड़ा ही सूरज ने, कई करोड़ा ही चंद्रमा ने, ते कई करोड़ा ही ग्रह नक्षत्र ने। साध संगत देखो किड्डी वड्डी गल है। ये गल्लां पता लगदियां ने गुरबाणी विच बैठिया। ये किवें पता? गुरु साहब दस रहे ने। जदों गुरु साहब महाराज 1604 दे विच गुरु ग्रंथ साहब महाराज जी का पहला प्रकाश हुंदा है, उदों ताईं ते साइंस ने ये इजाद भी नहीं सी कीता। आपां कह दईए भी गुरु साहब ने राइटिंग सी। 1600 ईस्वी विच ईस्ट इंडिया कंपनी आउंदी है, इत्थे अंग्रेज आउंदे ने भारत च, ते गुरु साहब जी महाराज किते 1600 ईस्वी विच बह के ही करोड़ा सूरजां की गल करते हैं। इस करके साध संगत मैं आप जी के सामने बेनती करदिआं, अज दा मनुख बंदगी तो रब तो दूर हट के विचारां तो हीना हुंदा जा रहा है। अज दा मनुख बहुता विचारशील नहीं है। सुनिया सुनाइया गल्लां ते विश्वास आज दे समय ज़्यादा हो गया है। कारण की है? मनुख मूर्ख हो गया है। किसी ने कहा फलाना बड़ा पापी है, उन्हें सुनिया बस उन्हें कर लिया। किसी ने कह दिता फलाना बड़ा पुन्नी है, बड़ा बड़ा साधु है, उन्हें सुनिया उन्हें कर लिया। पता उन्होंने भी नहीं साधु के लक्षण की होंगे ने, पता उन्होंने भी नहीं। अज का समा सुनिया सुनाइया गल्लां दा है, विचार का समा नहीं है। अज कोई मनुख ऐसा नहीं है जिहड़ा कही हुई गल नूं विचारे। सिर्फ मनुख सुनता है तो सुन के बस विश्वास कर लेंदा है। बाणी कहती नहीं, जे तू परमात्मा नाल जुड़ना है विचार कर, हरेक गल दी विचार कर, अपने आप नूं खोज, अपने जीवन दी विचार कर। जीवन की है? जीवन कादे लई मिले है? इस जीवन का प्रयोजन की है? हुण गुरु साहब कहते हैं कई करोड़ा ही सूरज ने। साध संगत ये बंदगी दे विचों निकलदियां ने सारियां चीज़ां। अज भी जेड़े मनुख बाणी ने तो पहले ही जपजी साहिब च गया, सुने है सिद्ध पीर सुरनाथ, सुने है धरत धवल आकाश, सुने है दीप लो पाताल, सुने है पोहे न सकै काल, नानक भगतां सदा विगास, सुने है दुख पाप का नाश। हुण एक गुरु की पंक्ति है, इस पंक्ति ते पहुँच उस दिन होनी है जिस दिन बंदगी आएगी। उस दिन मनुख नूं पता लगेगा। सुनिया महाराज कहते ने सुनन दे नाल मनन दे नाल तन का भेद भी पता लग जाएगा, तन में की है की नहीं है। सत्संग कदी वेखना जदों आप बंदगी दे विच जुड़ोगे। थोड़ी जी मैं बेनती करदा, जदों बंदगी विच जुड़ोगे खाण पीण दीआं आदतां दे अपने आप रोक लगती जाएगी। खाना पीना अपने आप ही घट होंदा जाएगा, कहण दी लोड़ नहीं। जदों आप बंदगी में सवेरे नहीं उठा जाता कोई गल नहीं, दिने बंदगी करो। जदों दिने बंदगी होएगी सवेरे 2-3 बजे अख अपने आप ही खुल जानी, किसी को कहने की लोड़ ही नहीं। भावें 10 बजे सोवो, भावें सोवो 12 बजे। ज्यों ज्यों बंदगी शुरू होएगी, बंदगी अपने आप ही जीभ ते कंट्रोल करना शुरू कर देंदी है। शब्दों के उत्ते कंट्रोल अपने आप ही कर लेंदी है बंदगी। जे सवेरे नहीं उठ के होंदी अजे शुरुआत है, जिवें एक बच्चा प्ले स्कूल च जाता है, सवेरे नहीं जा सकता, छोटे बच्चे का स्कूल भी घट टाइम का हुंदा है। इस करके दिने बंदगी करे। जे दिने बंदगी करेगा, तुरद्या फिरद्या करे, दिने बंदगी करद्या अपने आप ही बंदगी ने उन्हें जिंदगी सीधे रास्ते ते लै आउणी है। अपने आप ही अंदरों ज्ञान अपने आप ही हो जाना है। हुण परमात्मा दे राह ते जाण वास्ते कोई राह नहीं बने, सिर्फ तुरना पैंदा, राह अपने आप ही बनते जाते हैं। भाई गुरदास जी ने एक उदाहरण दिता है गुरबाणी में। भाई गुरदास जी ने अपनी वारां दे विच उदाहरण दिता है, गुरमुख खोज अगम है ज्यों जल अंदर मीन तरंदा। जदों मनुख गुरु के सन्मुख होकर जपदा है, जिवें सरोवरां दे विच मछलियां दे कोई राह नहीं हुंदे। साध संगत मछलियां दी सड़कां नहीं हुंदियां, मछली चलदी है तो सड़क बनती है। इवें में बंदगी चलती रहेगी, बंदगी चलदियां चलदियां राह अपने आप ही बन जाएंगे। अपने आप ही अंदरों विकास पैदा होना शुरू हो जाएगा, अपने आप ही ज्ञान आना शुरू हो जाएगा अंदरों ही। ये ਜਿਹੜੀਆਂ गल्लां महाराज जी कह रहे हैं ना, करोड़ा सूरज ते करोड़ा, इन्हां दा अनुभव होना पहला शुरू होएगा। पहला अनुभव होंदा है, विखदे बाद च ने। किसी भी चीज़ बारे समझ पहला आ जाती है, पहुंचिया बाद जाता है। जिवें आप जी ने इत्थों अमृतसर जाना है, आपां नूं राह दी समझ पहला आ जाती है, अमृतसर बाद च पहुंचा जाता है।
ਪਹਿਲਾਂ ਸਮਝ ਕਰਕੇ ਅੰਮ੍ਰਿਤਸਰ ਪਹੁੰਚ ਜਾਈਦਾ ਹੈ, ਫਿਰ ਗੱਡੀ ਚੱਲਦੀ ਹੈ, ਪਹੁੰਚਿਆ ਬਾਅਦ ਚ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਕਈ ਕਰੋੜਾਂ ਹੀ ਦੇਵਤੇ ਨੇ, ਕਈ ਕਰੋੜਾਂ ਹੀ ਰਾਖਸ਼ ਨੇ। ਅੱਗੇ ਅੰਤ ਦੇ ਵਿੱਚ ਮਹਾਰਾਜ ਕਹਿੰਦੇ ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਸਾਰੀ ਸਾਰੀ ਜਿੰਨੀ ਕਾਇਨਾਤ ਹੈ ਉਹਨੇ ਆਪਣੇ ਸੂਤਰ ਦੇ ਵਿੱਚ ਭਾਵ ਆਪਣੇ ਹੁਕਮ ਵਿੱਚ ਬੰਨੀ ਹੋਈ ਹੈ। ਪ੍ਰਭ ਡੋਰੀ ਹੱਥ ਮਾਰੇ, ਜਿਵੇਂ ਜਿਵੇਂ ਉਹਨੂੰ ਚੰਗਾ ਲੱਗਦਾ ਹੈ ਉਹਦਾ ਨਿਸਤਾਰਾ ਕਰੀ ਜਾਂਦਾ ਹੈ। ਮੈਂ ਫਿਰ ਬੇਨਤੀ ਕਰਾਂ ਸਾਧ ਸੰਗਤ, ਸਿਰਫ ਬੰਦਗੀ ਕਰਨੀ ਹੈ। ਕੋਈ ਵੀ ਦੁੱਖ ਹੋਏ, ਸਾਰੇ ਦੁੱਖ ਤੇ ਸੁੱਖ ਪਰਮਾਤਮਾ ਦੇ ਹੁਕਮ ਵਿੱਚ ਨੇ। ਹਾਂ ਕੋਈ ਦੁੱਖ ਸਹਿਆ ਨਹੀਂ ਜਾ ਰਿਹਾ, ਸਿਰਫ ਅਰਦਾਸ ਕਰੋ, ਕਿਉਂਕਿ ਉਹਦੇ ਹੁਕਮ ਤੋਂ ਬਾਹਰ ਦੁੱਖ ਨਹੀਂ ਹੈ। ਕੋਈ ਚੀਜ਼ ਐਸੀ ਹੈ ਜਿਹੜੀ ਸਹੀ ਨਹੀਂ ਜਾ ਰਹੀ, ਫਿਰ ਅਰਦਾਸ ਕੀਤੀ ਜਾਏ। ਜਿਵੇਂ ਹੀ ਉਹਦੇ ਚਰਨਾਂ ਵਿੱਚ ਅਰਦਾਸ ਹੋਏਗੀ। ਕਈ ਵਾਰੀ ਮੈਨੂੰ ਕਹਿੰਦਾ ਕਿਰਪਾ ਹੋਏਗੀ ਤੇ ਬਾਣੀ ਨਾ ਪੜ੍ਹ ਲਵਾਂਗੇ, ਕਿਰਪਾ ਨਹੀਂ ਹੋ ਰਹੀ ਨਾਮ ਜਪ ਲਵਾਂਗੇ। ਸਾਧ ਸੰਗਤ, ਜਿਵੇਂ ਇੱਕ ਦੁਕਾਨ ਦੇ ਉੱਤੇ ਕੋਈ ਨਾ ਕੋਈ ਅੱਗੇ ਸਰਵੈਂਟ ਲੱਗੇ ਹੁੰਦੇ ਨੇ, ਚੀਜ਼ਾਂ ਫੜਾਉਣ ਵਾਲੇ ਲੱਗੇ ਹੁੰਦੇ ਨੇ। ਜਦੋਂ ਉਹ ਮਨੁੱਖ ਫੜਾਉਣ ਵਾਲਾ ਚੰਗਾ ਕੰਮ ਕਰੇ, ਹਾਂਜੀ ਕਰਕੇ ਬੋਲੇ, ਸਾਰੇ ਗਾਹਕਾਂ ਨੂੰ ਚੰਗਾ ਅਟੈਂਡ ਕਰੇ, ਉਹਦੇ ਗੁਣ ਵੇਖ ਕੇ ਨਾ ਜਿਹੜਾ ਮਾਲਕ ਹੈ ਉਹਦੇ ਨਾਲ ਅੱਤ ਦਾ ਸਨੇਹ ਕਰਦਾ ਹੈ ਤੇ ਸੋਚਦਾ ਇਹ ਜਾਏ ਹੀ ਨਾ ਮੇਰੇ ਦੁਆਰੇ ਤੋਂ, ਮੇਰੀ ਦੁਕਾਨ ਤੋਂ ਨਾ ਜਾਏ, ਐਵੇਂ ਸੋਚਦਾ ਹੈ। ਐਵੇਂ ਸਾਧ ਸੰਗਤ ਜਿਹੜੇ ਮਨੁੱਖ ਪ੍ਰਮਾਤਮਾ ਦੇ ਦਰ ਤੇ ਆਉਂਦੇ ਨੇ, ਬੰਦਗੀ ਕਰਦੇ ਨੇ, ਹੌਲੀ ਹੌਲੀ ਕਰਦੇ ਆ ਪ੍ਰਮਾਤਮਾ ਦਾ ਉਹਨਾਂ ਨਾਲ ਸਨੇਹ ਜੁੜ ਜਾਂਦਾ। ਹੌਲੀ ਹੌਲੀ ਫਿਰ ਪ੍ਰਮਾਤਮਾ ਦੀਆਂ ਜਿੰਨੀਆਂ ਚੀਜ਼ਾਂ, ਜੇ ਉਹਨੂੰ ਕੋਈ ਲੋੜ ਵੀ ਹੋਏ ਨਾ, ਉਹਨੂੰ ਕਹਿਣ ਦੀ ਲੋੜ ਨਹੀਂ ਹੈ, ਉਹਦੇ ਚਿਹਰੇ ਤੋਂ ਹਿਸਾਬ ਲਾ ਕੇ ਸੋਚਦਾ ਪ੍ਰਮਾਤਮਾ ਇਹ ਕਿਉਂ ਪਰੇਸ਼ਾਨ ਹੈ। ਜਿਵੇਂ ਇੱਕ ਮਾਲਕ ਆਪਣੇ ਨੌਕਰ ਦੇ ਚਿਹਰੇ ਤੋਂ ਹਿਸਾਬ ਲਾਉਂਦਾ ਹੈ, ਤੂੰ ਪਰੇਸ਼ਾਨ ਕਿਉਂ ਹੈ, ਕਹਿੰਦਾ ਮੇਰੇ ਘਰ ਪਰੇਸ਼ਾਨੀ ਹੈ, ਮੈਂ ਤੇਰੀ ਪਰੇਸ਼ਾਨੀ ਦੂਰ ਕਰਦਾ। ਪਿਆਰ ਹੋਣਾ ਚਾਹੀਦਾ। ਐਵੇਂ ਪਰਮਾਤਮਾ ਦੇ ਨਾਲ ਪਿਆਰ ਹੋਏ, ਪਰੇਸ਼ਾਨੀਆਂ ਆਪ ਹੀ ਕੱਢ ਦਿੰਦਾ ਹੈ, ਕਿਉਂਕਿ ਉਹਦੇ ਹੱਥ ਵਿੱਚ ਹੈ ਸਾਰਾ ਕੁਝ। ਉਸ ਤੋਂ ਬਾਅਦ ਨਾਨਕ ਰਚਨਾ ਪ੍ਰਭ ਰਚੀ, ਇਹ ਰਚਨਾ ਉਹਨੇ ਰਚੀ ਹੈ, ਉਹਦੇ ਤੋਂ ਬਾਹਰ ਕੁਝ ਨਹੀਂ। ਸਿਰਫ ਬੰਦਗੀ ਕਰਨ ਦੀ ਲੋੜ ਹੈ ਤਾਂ ਜੋ ਅਸੀਂ ਉਹਦੀ ਕਿਰਪਾ ਦੇ ਪਾਤਰ ਬਣ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ। ਹੋਈ ਭੁੱਲ ਚੁੱਕ ਦੇ ਲਈ ਖਿਮਾ ਕਰਨੀ। ਇਹ ਸਾਰੀ ਸਾਰੀ ਜਿਹੜੀ ਪੰਕਤੀ ਹੈ, ਕੱਲ ਨੂੰ ਆਪਾਂ ਜਿਹੜੇ 3 ਗੁਣ ਨੇ, ਕਿਉਂਕਿ 3 ਗੁਣਾਂ ਦੇ ਬਾਰੇ ਬੜੀ ਗੱਲ ਕੀਤੀ ਜਾਂਦੀ ਹੈ, ਮਨੁੱਖ 3 ਗੁਣਾਂ ਦੇ ਵਿੱਚ ਹੀ ਘੁੰਮ ਰਿਹਾ ਹੈ। ਆਪਾਂ ਕੱਲ ਨੂੰ 3 ਗੁਣਾਂ ਦੇ ਬਾਰੇ ਗੱਲ ਕਰਾਂਗੇ, ਜਿਹਨੂੰ ਟ੍ਰਿਨਿਟੀ ਵੀ ਕਿਹਾ ਜਾਂਦਾ ਹੈ, ਰਜ ਸਤ ਤੇ ਤਮ। ਕਿਹੜਾ ਮਨੁੱਖ ਕਿਹੜੇ ਗੁਣ ਵਿੱਚ ਜੀ ਰਿਹਾ ਹੈ, ਇਹ ਆਪਾਂ ਕੱਲ ਨੂੰ ਬਾਣੀ ਦੇ ਵਿੱਚ ਹੀ ਬਾਰ-ਬਾਰ ਤ੍ਰੈ ਗੁਣਾ ਕੀ ਪੰਡ ਉਤਾਰੈ, ਇਹ ਸ਼ਬਦ ਦੀ ਵਿਆਖਿਆ ਆਪਾਂ ਕੱਲ ਨੂੰ ਅੱਗੇ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ। ਹੋਈ ਭੁੱਲ ਚੁੱਕ ਦੇ ਲਈ ਖਿਮਾ ਕਰਨੀ। ਗੁਰੂ ਜੀ ਕਿਰਪਾ ਕਰਨ, ਆਪ ਸਰਬੱਤ ਸੰਗਤਾਂ ਦੇ ਘਰਾਂ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਦੀ ਦਾਤ ਬਖਸ਼ਣ। ਆਪ ਇਸੇ ਤਰੀਕੇ ਨਾਲ ਗੁਰੂ ਦੀ ਸਤ ਸੰਗਤ ਵਿੱਚ ਆ ਕੇ ਆਪਣੇ ਜੀਵਨ ਦਾ ਜਿਹੜਾ ਅਮੋਲ ਖਜ਼ਾਨਾ ਹੈ, ਅਮੋਲ ਧਨ ਹੈ, ਪਰਮਾਤਮਾ ਦੀ ਬੰਦਗੀ, ਉਹਨੂੰ ਪ੍ਰਾਪਤ ਕਰ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।